ਵਾਹਿਗੁਰੂ ਜੀ ਕੀ ਫਤਿਹ। ਆਸਾ ਰਾਗ 485 ਅੰਗ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਭਗਤ ਜੀ ਕਹਿੰਦੇ ਸਾਂਪ ਕੁੰਚ ਛੋੜੈ ਬਿਖ ਨਹੀਂ ਛਾੜੈ, ਉਦਕ ਮਾਹੇ ਜੈਸੇ ਬਗ ਧਿਆਨ ਮੰਡੈ। ਇੱਕ ਸੱਪ ਹੈ, ਆਪਣੀ ਕੁੰਜ ਉਤਾਰਦਾ ਹੈ ਪਰ ਆਪਣਾ ਜ਼ਹਿਰ ਨਹੀਂ ਤਿਆਗਦਾ। ਕੁੰਜ ਉਤਾਰਨੀ ਸੌਖੀ ਹੈ, ਜ਼ਹਿਰ ਉਹਦਾ ਸੁਭਾਅ ਹੈ, ਉਹਦੀ ਬਿਰਤੀ ਹੈ, ਤਿਆਗਣੀ ਬਹੁਤ ਔਖੀ ਹੈ। ਭਗਤ ਜੀ ਕਹਿੰਦੇ ਐਸਾ ਧਰਮ ਦੇ ਜਗਤ ਵਿੱਚ ਹੋ ਰਿਹਾ ਹੈ। ਜਿਸ ਤਰ੍ਹਾਂ ਸਾਂਪ ਕੁੰਚ ਛੋੜੈ ਬਿਖ ਨਹੀਂ ਛਾੜੈ, ਦੂਸਰਾ ਬਚਨ ਉਦਕ ਮਾਹੇ, ਉਦਕ ਪਾਣੀ ਮਾਹੇ ਵਿੱਚ, ਜੈਸੇ ਜਿਸ ਤਰ੍ਹਾਂ ਬਗ ਬਗਲਾ ਧਿਆਨ ਮੰਡੈ। ਜਿਵੇਂ ਪਾਣੀ ਵਿੱਚ ਬਗਲਾ ਧਿਆਨ ਲਾਉਂਦਾ ਹੈ ਪਰ ਉਹਦਾ ਧਿਆਨ ਕਿਸੇ ਦੀ ਜਾਨ ਵਿੱਚ ਹੈ, ਬਗਲੇ ਦਾ ਧਿਆਨ ਕਿਸੇ ਮੱਛੀ, ਕਿਸੇ ਕੀੜੇ ਮਕੌੜੇ ਵੱਲ ਹੁੰਦਾ ਹੈ। ਤਾਂ ਸਾਹਿਬ ਕਹਿੰਦੇ ਇੱਕ ਸੱਪ ਹੈ, ਇੱਕ ਬਗਲਾ ਹੈ। ਅਸਲ ਸੱਪ ਵੀ ਕੁੰਚ ਛੱਡਦਾ, ਜ਼ਹਿਰ ਨਹੀਂ ਛੱਡਦਾ। ਬਗਲੇ ਨੇ ਧਿਆਨ ਕੀਤਾ, ਬਿਰਤੀ ਮਾੜੀ ਨਹੀਂ ਛੱਡੀ। ਇਸੇ ਤਰ੍ਹਾਂ ਧਿਆਨ ਕੋਈ ਸਰੀਰ ਦੀ ਮੁਦਰਾ ਨਹੀਂ ਹੈ। ਧਿਆਨ ਕੇਵਲ ਸਾਇਲੈਂਟ ਹੋ ਕੇ ਬਹਿ ਜਾਣਾ ਨਹੀਂ ਹੈ। ਧਿਆਨ ਕੇਵਲ ਚੌਂਕੜੀ ਮਾਰ ਲੈਣਾ ਨਹੀਂ ਹੈ। ਜੇ ਐਸਾ ਹੁੰਦਾ ਫਿਰ ਤੇ ਬਹੁਤ ਸੌਖਾ ਹੋਣਾ ਸੀ। ਫਿਰ ਐਸਾ ਹੁੰਦਾ ਸਭ ਧਿਆਨ ਕਰਦੇ। ਅੱਜ ਕੱਲ੍ਹ ਤੇ ਬਹੁਤ ਮੈਡੀਟੇਸ਼ਨ ਕਰ ਰਹੇ ਨੇ, ਪਰ ਮੈਡੀਟੇਸ਼ਨ ਕੋਈ ਕਿਰਿਆ ਨਹੀਂ ਹੈ, ਕੋਈ ਕਰਮ ਨਹੀਂ ਹੈ। ਧਿਆਨ ਉਦੋਂ ਵਰਤਦਾ ਹੈ ਜਦੋਂ ਕੋਈ ਕਿਰਿਆ ਤੋਂ, ਕਰਮ ਤੋਂ ਬਹੁਤ ਅੱਗੇ ਚਲਾ ਜਾਂਦਾ ਹੈ। ਦੂਸਰੀ ਮੈਂ ਗੱਲ ਕਹਾਂ, ਕੋਈ ਕਰਮ, ਕੋਈ ਕਿਰਿਆ ਧਿਆਨ ਵਿੱਚ ਬਾਧਾ ਨਹੀਂ ਬਣਦੀ। ਧਿਆਨ 'ਚ ਜਿਹਦਾ ਧਿਆਨ ਬਣ ਗਿਆ, ਕੋਈ ਕਰਮ ਉਹਦੀ ਰੁਕਾਵਟ ਨਹੀਂ ਬਣੇਗਾ, ਕੋਈ ਕਿਰਤ ਰੁਕਾਵਟ ਨਹੀਂ ਬਣੇਗਾ। ਗੁਰੂ ਨਾਨਕ ਸਤਿਗੁਰੂ ਮੋਦੀ ਖਾਨੇ ਬੈਠੇ ਨੇ, ਸਮਾਨ ਦਿੰਦੇ ਨੇ, ਧਿਆਨ ਹੈ ਉਹਨਾਂ ਕੋਲ। ਭਗਤ ਜਨ ਆਪਣੀ ਕਿਰਤ ਕਰਦੇ ਨੇ। ਭਗਤ ਨਾਮਦੇਵ ਜੀ, ਕੱਲ੍ਹ ਵੀ ਆਪਾਂ ਸ਼ਬਦ ਸਾਂਝਾ ਕੀਤਾ ਸੀ, ਕੱਪੜੇ ਦਾ ਕੰਮ ਕਰਦੇ ਨੇ ਪਰ ਉਹਨਾਂ ਕੋਲ ਧਿਆਨ ਹੈ। ਧਿਆਨ ਕੀ ਹੈ? ਭਗਤ ਨਾਮਦੇਵ ਜੀ ਦਾ ਸ਼ਬਦ ਆਉਂਦਾ ਹੈ, ਭਗਤ ਤਰਲੋਚਨ ਜੀ ਦਾ ਸ਼ਬਦ ਆਉਂਦਾ ਹੈ, ਆਨੀਲੇ ਕੁੰਭ ਭਰਾਈਲੇ ਉਦਕ ਰਾਜ ਕੁਆਰ ਪੁਰੰਦਰੀਏ, ਹਸਤ ਵਿਨੋਦ ਵਿਚਾਰ ਕਰਤੀ ਹੈ ਚੀਤ ਸੁਗਾਗਰ ਰਾਖੀਲੇ, ਮਨ ਰਾਮ ਨਾਮਾ ਬੇਦੀਅਲੇ ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਬਾਣੀ ਦੇ ਵਿੱਚੋਂ ਹੀ ਸਾਨੂੰ ਲੱਭਣਾ ਪਏਗਾ ਨਾ। ਤੋ ਬਾਣੀ 'ਚ ਭਗਤ ਜੀ ਦਾ ਸ਼ਬਦ ਆਉਂਦਾ ਹੈ, ਆਨੀਲੇ ਕਾਗਦ ਕਾਟੀਲੇ ਗੁੱਡੀ ਆਕਾਸ਼ ਮਦੇ ਭਰਮੀਅਲੇ। ਇਹਦੇ ਮੈਂ ਅਰਥ ਆਪ ਜੀ ਦੇ ਸਾਹਮਣੇ ਰੱਖਾਂ। ਧਿਆਨ ਕੀ ਹੈ? ਬੱਚੇ ਪਤੰਗ ਉਡਾਉਂਦੇ ਨੇ, ਆਪਸ ਵਿੱਚ ਹੱਸਦੇ ਖੇਡਦੇ ਨੇ, ਪਰ ਧਿਆਨ ਉਹਨਾਂ ਦਾ ਡੋਰ ਪਤੰਗ ਵਿੱਚ ਰਹਿੰਦਾ ਹੈ। ਕੋਈ ਸੁਨਿਆਰਾ ਗਾਹਕਾਂ ਨਾਲ ਗੱਲਬਾਤ ਕਰਦਾ, ਧਿਆਨ ਸੋਨੇ ਵਿੱਚ ਰੱਖਦਾ ਹੈ। ਕੋਈ ਬੱਚੀਆਂ, ਕੋਈ ਬੀਬੀਆਂ ਪਾਣੀ ਭਰ ਕੇ ਲਿਆਉਂਦੀਆਂ ਨੇ, ਧਿਆਨ ਸਿਰ ਦੇ ਉੱਤੇ ਚੁੱਕੇ ਘੜੇ ਵਿੱਚ ਰਹਿੰਦਾ ਹੈ। ਕੋਈ ਗਾਂ ਮੱਝ ਵਾੜੇ ਤੋਂ ਦੂਰ ਚਰਨ ਚਲੇਗੀ ਖੇਤਾਂ 'ਚ, ਪਰ ਉਹਦਾ ਧਿਆਨ ਆਪਣੇ ਬਛੜੇ ਵਿੱਚ ਰਹਿੰਦਾ ਹੈ।
ਭਗਤ ਜੀ ਕਹਿੰਦੇ ਕੋਈ ਮਾਂ ਨੇ ਆਪਣਾ ਬੱਚਾ ਕਿਸੇ ਪਾਲਣੇ ਵਿੱਚ ਪੰਘੂੜੇ 'ਚ ਪਾਇਆ, ਬੱਚਾ ਸੌਂ ਗਿਆ। ਮਾਂ ਰਸੋਈ ਦਾ ਕੰਮ ਕਰਦੀ ਹੈ ਪਰ ਧਿਆਨ ਬੱਚੇ ਦੇ ਵਿੱਚ। ਇਹ ਧਿਆਨ ਹੈ। ਇਸੇ ਤਰ੍ਹਾਂ ਰੱਬ ਦਾ ਜਨ ਸੰਸਾਰ ਵਿੱਚ ਵਿਚਰਦਾ ਹੈ, ਕੰਮ ਕਾਜ ਕਰਦਾ ਹੈ, ਧਿਆਨ ਉਸ ਸੱਚ ਮਾਲਕ ਵਿੱਚ ਲੱਗਾ ਰਹਿੰਦਾ ਹੈ। ਇਹ ਹੈ ਧਿਆਨ। ਜਦੋਂ ਕਿਸੇ ਦਾ ਧਿਆਨ ਬਣ ਜਾਂਦਾ ਹੈ, ਉਹ ਕਿਸੇ ਕਿਰਿਆ ਨਾਲ ਭੰਗ ਨਹੀਂ ਹੁੰਦਾ, ਕਿਸੇ ਕਰਮ ਨਾਲ ਉਹ ਟੁੱਟਦਾ ਨਹੀਂ ਹੈ। ਜਾਂ ਕਹੀਏ ਜਿਹੜਾ ਕੇਵਲ ਕਿਰਿਆ ਨੂੰ ਧਿਆਨ ਕਹਿ ਰਿਹਾ, ਕਿਰਿਆ ਧਿਆਨ ਨਹੀਂ ਹੈ। ਕੋਈ ਸਰੀਰ ਦੀ ਮੁਦਰਾ ਧਿਆਨ ਨਹੀਂ ਹੈ। ਸਾਇਲੈਂਟ ਹੋ ਕੇ ਬਹਿ ਜਾਣਾ ਹੀ ਧਿਆਨ ਨਹੀਂ ਹੈ। ਮਨ ਕਿੰਨਾ ਸ਼ੋਰ ਮਚਾਉਂਦਾ ਹੈ, ਮਨ 'ਚ ਕੀ ਕੁਝ ਚੱਲਦਾ ਹੈ, ਬੜਾ ਕੁਝ ਵਰਤਦਾ ਹੈ। ਧਿਆਨ ਹੈ ਉਹਦਾ ਕਨੈਕਸ਼ਨ ਜੁੜ ਗਿਆ ਰੱਬ ਨਾਲ, ਬਸ ਉਹ ਟੁੱਟਦਾ ਨਹੀਂ। ਫਿਰ ਇੱਕ ਵਾਰ ਜੁੜਨ ਦੀ ਦੇਰ ਹੈ। ਸਾਡੇ ਵੱਲੋਂ, ਉਹਦੇ ਵੱਲੋਂ ਨਹੀਂ। ਉਹਦੀ ਰੇਂਜ ਤੇ ਸਭ ਥਾਵਾਂ ਤੇ ਹੈ, ਅਸੀਂ ਪਕੜ ਨਹੀਂ ਸਕਦੇ। ਕਈ ਵਾਰ ਸਾਡੇ ਕੋਲ ਸਮਰੱਥਾ ਨਹੀਂ ਹੁੰਦੀ, ਜਾਂ ਸਾਡਾ ਅਭਿਆਸ ਐਸਾ ਨਹੀਂ ਹੁੰਦਾ, ਜਾਂ ਸਾਡਾ ਜੋ ਬਣਿਆ ਅਭਿਆਸ ਮਨ ਦੇ ਮਤ ਦੇ ਮੰਡਲ ਵਿੱਚ ਐਸਾ ਕੁਝ ਹੁੰਦਾ ਨਹੀਂ। ਉੱਥੇ ਕਚਰਾ ਭਰਿਆ, ਕੂੜ ਭਰਿਆ, ਝੂਠ ਭਰਿਆ, ਉਹ ਧਿਆਨ ਬਣ ਨਹੀਂ ਆਉਂਦਾ। ਤੋ ਧਿਆਨ ਉਹਦੇ ਕਨੈਕਸ਼ਨ ਬਣ ਗਿਆ, ਫਿਰ ਆਪਣੇ ਆਪ ਨੂੰ ਰਿਚਾਰਜ ਰੱਖਦਾ ਰੱਬ ਦਾ ਪਿਆਰਾ। ਕਦੇ ਡੋਲਿਆ ਨਹੀਂ, ਡਰਿਆ ਨਹੀਂ। ਧਿਆਨੀ ਨੂੰ ਡਰਨ ਦੀ ਲੋੜ ਨਹੀਂ ਹੈ, ਘਬਰਾਉਣ ਦੀ ਲੋੜ ਨਹੀਂ। ਜਿਹਦਾ ਧਿਆਨ ਬਣ ਗਿਆ, ਭਗਤ ਪ੍ਰਹਲਾਦ ਜੀ ਦਾ ਧਿਆਨ ਬਣ ਗਿਆ, ਨਹੀਂ ਡਰੇ, ਨਹੀਂ ਘਬਰਾਏ। ਕਬੀਰ ਜੀ ਨੂੰ ਧਿਆਨ ਪ੍ਰਾਪਤ ਹੋ ਗਿਆ। ਸ਼ਬਦ ਬੜਾ ਸੌਖਾ ਹੈ, ਬਹੁਤ ਅਸੀਂ ਵਰਤਦੇ ਹਾਂ ਸ਼ਬਦ, ਪਰ ਇਹਦੀ ਗਹਿਰਾਈ ਨਹੀਂ ਜਾਣਦੇ। ਬੜਾ ਆਪਾਂ ਸ਼ਬਦ ਵਰਤਦੇ ਹਾਂ। ਧਿਆਨ ਜ਼ਿਆਦਾਤਰ ਸਰੀਰ ਦੀਆਂ ਮੁਦਰਾਂ ਵਾਸਤੇ ਵਰਤਦੇ ਹਾਂ, ਸਰੀਰ ਤੱਕ। ਇਸ ਵਾਸਤੇ ਗੁਰਦੇਵ ਨੇ ਕਿਰਪਾ ਕੀਤੀ। ਜਿਹੜਾ ਕੇਵਲ ਕਿਰਿਆ ਨੂੰ ਧਿਆਨ ਕਹਿ ਰਿਹਾ ਹੈ, ਕੇਵਲ ਸਾਇਲੈਂਟ ਹੋਣ ਨੂੰ ਧਿਆਨ ਕਹਿ ਰਿਹਾ, ਉਹ ਤੇ ਬਗਲਾ ਵੀ ਹੈ। ਵੇਖਿਆ ਕਦੇ ਬਗਲਾ ਹਿੱਲਦਾ ਹੈ? ਉਹਨੇ ਤੇ ਇੱਕ ਲੱਤ ਵੀ ਉੱਪਰ ਚੁੱਕ ਲਈ ਹੈ। ਕੇਵਲ ਇੱਕੋ ਲੱਤ ਹੁੰਦੀ ਹੈ ਪਾਣੀ 'ਚ ਉਹਦੀ। ਇਤਨਾ ਸਾਇਲੈਂਟ ਹੈ, ਇਤਨਾ ਚੁੱਪ ਕਰ ਗਿਆ। ਪਰ ਅੰਦਰ ਕੀ ਹੈ, ਬਿਰਤੀ ਕੀ ਹੈ ਉਹਦੀ? ਇਸ ਵਾਸਤੇ ਭਗਤ ਜੀ ਕਹਿੰਦੇ ਨੇ, ਜਿਹੜਾ ਇਸ ਤਰ੍ਹਾਂ ਦਾ ਧਿਆਨ ਹੈ, ਉਦਕ ਮਾਹੇ ਜੈਸੇ ਬਗ ਧਿਆਨ ਮੰਡੈ। ਮੰਡੈ ਰਚਨਾ ਵਿੱਚ ਖਚਤ ਹੋਣਾ। ਸਾਂਪ ਕੁੰਚ ਛੋੜੈ ਬਿਖ ਨਹੀਂ ਛਾੜੈ। ਬੜੇ ਲੋਕ ਨੇ ਸੁਭਾਅ ਨਹੀਂ ਛੱਡਦੇ, ਕੱਪੜੇ ਬਦਲ ਲੈਂਦੇ ਨੇ, ਗੱਲਾਂ ਚੇਂਜ ਹੋ ਜਾਂਦੀਆਂ ਨੇ ਸਾਡੀਆਂ। ਅਸੀਂ ਬਹੁਤ ਕੁਝ ਬਦਲਿਆ, ਜਿਵੇਂ ਸੱਪ ਕੁੰਜ ਬਦਲਦਾ ਰਹਿੰਦਾ ਹੈ ਬਾਹਰ ਤੋਂ। ਕੁਦਰਤ ਦਾ ਐਸਾ ਵਿਧਾਨ ਹੈ। ਜਿਹੜੀ ਕਾਂਚੁਰੀ ਹੈ, ਕੁੰਜ ਹੈ, ਉਹ ਤਬਦੀਲ ਕਰਦਾ ਰਹਿੰਦਾ ਸੱਪ। ਪਰ ਆਪਣਾ ਜ਼ਹਿਰ ਵਾਲੀ ਬਿਰਤੀ ਨਹੀਂ ਉਹ ਛੱਡਦਾ ਕਦੇ ਵੀ, ਉਹ ਸਦਾ ਸੰਭਾਲ ਕੇ ਰੱਖਦਾ ਹੈ। ਮਨੁੱਖ ਵੀ ਇਸੇ ਤਰ੍ਹਾਂ ਧਰਮ ਦੇ ਨਾਂ 'ਤੇ, ਧਿਆਨ ਦੇ ਨਾਂ 'ਤੇ, ਗਿਆਨ ਦੇ ਨਾਂ 'ਤੇ ਬੜਾ ਕੁਝ ਕਰਦਾ ਰਹਿੰਦਾ। ਬਹੁਤ ਕੁਝ ਕਰਦੇ ਹਾਂ ਆਪਾਂ, ਪਰ ਅੰਦਰ ਉਹ ਜ਼ਹਿਰ ਵਾਲੀ, ਈਰਖਾ ਵਾਲੀ, ਦਵੈਤ ਵਾਲੀ, ਕ੍ਰੋਧ ਵਾਲੀ, ਹੰਕਾਰ ਵਾਲੀ, ਤੇਰ ਮੇਰ ਵਾਲੀ ਬਿਰਤੀ ਛੱਡਦੇ ਹੀ ਨਹੀਂ। ਉਹ ਤਿਆਗਦਾ ਹੀ ਨਹੀਂ ਹੈ ਮਨੁੱਖ। ਤੋ ਭਗਤ ਨਾਮਦੇਵ ਜੀ ਕਹਿੰਦੇ, ਫੇਰ ਕਾਹੇ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਹੀਂ ਨਾਹੀ ਮਨ ਆਪਣਾ ਰਹਾਓ। ਐਸੇ ਦਿਖਾਵੇ ਦਾ ਕੀ ਲਾਭ ਹੈ? ਗੁਰੂ ਨਾਨਕ ਸਤਿਗੁਰੂ ਸਾਹਮਣੇ ਦੇਖਦੇ ਨੇ, ਸਾਧੂ ਬੈਠਾ ਹੈ, ਧਿਆਨ ਬੰਦ ਹੈ, ਅੱਖਾਂ ਬੰਦ ਨੇ,
ਅੱਖਾਂ ਬੰਦ ਨੇ, ਲੋਕ ਆ ਰਹੇ ਨੇ, ਬੈਠ ਰਹੇ ਨੇ ਨਿਰੰਤਰ। ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਪੁੱਛਿਆ ਵੀ ਐਸਾ ਕਿਉਂ ਕਰ ਰਹੇ ਹੋ? ਲੋਕ ਕਹਿਣ ਲੱਗੇ ਮਹਾਂਪੁਰਖ ਦਾ ਧਿਆਨ ਬਹੁਤ ਗਹਿਰਾ ਹੈ। ਗੁਰੂ ਸਾਹਿਬ ਕਹਿੰਦੇ ਕਿਤਨਾ ਗਹਿਰਾ ਹੈ? ਆਖਣ ਲੱਗੇ ਇਹ ਤਿੰਨਾਂ ਤਿਰਲੋਕੀ ਬਾਰੇ ਜਾਣਦਾ ਹੈ, ਸ਼ਿਵ ਲੋਕ 'ਚ ਕੀ ਹੋ ਰਿਹਾ ਹੈ, ਬ੍ਰਹਮ ਲੋਕ 'ਚ ਕੀ ਹੋ ਰਿਹਾ ਹੈ, ਇਹਨੂੰ ਪਤਾ ਹੈ ਸਭ। ਇਹ ਤਿੰਨਾਂ ਲੋਕਾਂ ਦਾ ਗਿਆਤਾ ਹੈ। ਤੋ ਗੁਰੂ ਨਾਨਕ ਸਤਿਗੁਰੂ ਜੋ ਉਹਦੇ ਅੱਗੇ ਸੰਦੂਕੜੀ ਪਈ ਸੀ, ਜਿਹਦੇ 'ਚ ਠਾਕੁਰ ਸੀ, ਸੰਦਲ ਦੀ ਪੇਟੀ ਸੀ, ਧਨ ਪਾਉਂਦੇ ਸੀ ਲੋਕ, ਉਹ ਛੁਪਾ ਦਿੱਤੀ। ਅੱਖਾਂ ਖੁੱਲੀਆਂ, ਦੇਖਿਆ ਸਾਹਮਣੇ ਕੁਝ ਵੀ ਨਹੀਂ। ਬਹੁਤ ਕ੍ਰੋਧੀ ਹੋਇਆ, ਕਹਿਣ ਲੱਗਾ ਦੱਸੋ ਮੇਰੀ ਚੌਂਕੀ ਕਿੰਨੇ ਉਠਾਈ ਹੈ ਇੱਥੋਂ? ਜੇ ਕੋਈ ਨਾ ਦੱਸੇਗਾ ਮੈਂ ਉਸ ਨੂੰ ਭਸਮ ਕਰ ਦਾਂਗਾ। ਕਿੱਥੇ ਹੈ? ਉਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜੇ ਚੌਂਕੀ ਦਾ ਇਤਨਾ ਹੀ ਖਿਆਲ ਹੈ ਤੂੰ ਅੱਖਾਂ ਕਿਉਂ ਬੰਦ ਕੀਤੀਆਂ? ਚੌਂਕੀ ਦਾ ਧਿਆਨ ਰੱਖ ਲੈਂਦਾ। ਉਹ ਕਹਿੰਦਾ ਅੱਖਾਂ ਮੈਂ ਤਾਂ ਕਰਕੇ ਬੰਦ ਕੀਤੀਆਂ, ਮੈਨੂੰ ਤਿੰਨਾਂ ਲੋਕਾਂ ਦਾ ਪਤਾ ਹੁੰਦਾ ਹੈ ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ ਹੈ। ਮਾਤ ਲੋਕ 'ਚ ਕੀ ਹੋ ਰਿਹਾ ਹੈ, ਪਤਾਲ 'ਚ ਕੀ ਹੋ ਰਿਹਾ ਹੈ, ਬ੍ਰਹਮ ਲੋਕ 'ਚ ਕੀ ਹੋ ਰਿਹਾ, ਦੇਵਤਿਆਂ ਦੇ ਲੋਕ 'ਚ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਤੇ ਮੁਸ਼ਕਲ ਹੀ ਕੋਈ ਨਹੀਂ, ਕਿਸੇ ਨਾ ਕਿਸੇ ਲੋਕ 'ਚ ਤੇਰੀ ਚੌਂਕੀ ਪਈ ਹੋਣੀ ਹੈ, ਲੱਭ ਲਾ। ਕਿਤੇ ਤੇ ਪਈ ਹੋਏਗੀ ਨਾ। ਪਤਾ ਲੱਗ ਗਿਆ, ਪਾ ਜੁਗੜ ਗਿਆ ਉਹਦਾ। ਬਾਣੀ 'ਚ ਸ਼ਬਦ ਆਉਂਦਾ ਹੈ, ਗੁਰੂ ਸਾਹਿਬ ਨੇ ਕਿਹਾ ਆਂਟ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਛੈ ਕੱਛ ਨਾ ਸੂਝੈ ਇਹ ਪਦਮ ਲੋ। ਕੈਸਾ ਇਹ ਭਰਮ ਹੈ? ਆਂਟ ਸੇਤੀ ਦਾ ਅਰਥ ਹੈ ਅੰਗੂਠੇ ਨਾਲ ਤੇ ਉਂਗਲੀ ਨਾਲ ਨੱਕ ਪਕੜ ਲੈਣਾ, ਧਿਆਨ ਲਾਉਣਾ। ਸੂਝ ਤੇ ਤਿੰਨ ਲੋਕ, ਕਹਿੰਦਾ ਮੈਨੂੰ ਤਿੰਨ ਲੋਕਾਂ ਦੀ ਖਬਰ ਹੈ, ਪਰ ਸਾਹਿਬ ਕਹਿੰਦੇ ਤੇਰੇ ਪਿੱਛੇ ਤੇਰੀ ਸੰਦੂਕੜੀ ਪਈ ਹੈ, ਤੈਨੂੰ ਉਹਦੀ ਪਤਾ ਨਹੀਂ ਲੱਗਾ। ਤੇਰੇ ਪਿੱਛੇ ਤੇਰੀ ਸੰਦੂਕੜੀ ਪਈ ਹੈ। ਇਹ ਭਰਮ ਹੈ, ਇਹ ਛਲਾਵਾ ਹੈ, ਇਹ ਪਖੰਡ ਹੈ। ਧਿਆਨ ਦੇ ਨਾਂ ਤੇ, ਮੈਡੀਟੇਸ਼ਨ ਦੇ ਨਾਂ ਤੇ ਐਸਾ ਹੋ ਰਿਹਾ, ਐਸਾ ਵਰਤ ਰਿਹਾ। ਥਾਨਸ਼ਟ ਜਗ ਭ੍ਰਿਸ਼ਟ ਹੋਏ। ਸਤਿਗੁਰ ਕਹਿੰਦੇ ਇਹ ਜਗ ਤੁਰ ਪਿਆ, ਕਾਲ ਨਾਹੀ, ਜੋਗ ਨਾਹੀ, ਨਾਹੀ ਸਤ ਕਾ ਢੱਬ, ਸਤ ਆਚਰਨ ਢੱਬ ਤਰੀਕਾ। ਸਾਹਿਬ ਕਹਿੰਦੇ ਲੋਕਾਂ ਕੋਲ ਤਰੀਕਾ ਨਹੀਂ ਹੈ ਸੱਚ ਜੀਣ ਦਾ। ਕਹਿ ਰਹੇ ਨੇ ਅਸੀਂ ਧਿਆਨੀ ਹਾਂ, ਸਾਡੀ ਸੰਸਕ੍ਰਿਤੀ ਬੜੀ ਵੱਡੀ ਹੈ, ਸਾਡਾ ਸੰਸਕਾਰ ਬੜੇ ਪੁਰਾਣੇ ਨੇ, ਪਰ ਕਿੱਥੇ ਹੈ ਸੱਤ? ਆਚਰਣ ਕਿੱਥੇ ਹੈ ਸਾਡਾ? ਰਸਨਾ ਦੀ ਮਿਠਾਸ ਕਿੱਥੇ ਹੈ? ਕਰਮਾਂ ਦੀ ਨਿਰਮਲਤਾਈ ਕਿੱਥੇ ਹੈ? ਅਸੀਂ ਤੇ ਬਰਦਾਸ਼ਤ ਨਹੀਂ ਕਰ ਇੱਕ ਦੂਜੇ ਨੂੰ, ਅਸੀਂ ਤੇ ਦੂਜੇ ਦਾ ਖੋ ਰਹੇ ਹਾਂ। ਬਸ ਮੌਕਾ ਹੀ ਨਹੀਂ ਮਿਲਦਾ। ਜਿਹੜਾ ਇਮਾਨਦਾਰ ਹੈ ਉਹਨੂੰ ਮੌਕਾ ਨਹੀਂ ਮਿਲਿਆ ਹੋਵੇਗਾ ਥੋੜ੍ਹਾ ਜਿਹਾ, ਬਸ ਮੰਤਰੀ ਖਾ ਗਏ ਜੀ, ਮੰਤਰੀ ਖਾ ਗਏ, ਤੇ ਆਪਾਂ ਉੱਥੇ ਬਹਿ ਕੇ ਕਿਹੜਾ ਘੱਟ ਕਰਾਂਗੇ। ਕਈਆਂ ਦੀ ਇਮਾਨਦਾਰੀ ਵੀ ਮਜਬੂਰੀ ਵਾਲੀ ਹੁੰਦੀ ਹੈ। ਐਸਾ ਹੋ ਰਿਹਾ ਹੈ। ਤੋ ਸਾਹਿਬ ਕਹਿੰਦੇ ਕਾਲ ਨਾਹੀ, ਜੋਗ ਨਾਹੀ, ਨਾਹੀ ਸਤ ਕਾ ਢੱਬ, ਥਾਨਸ਼ਟ ਜਗ ਭ੍ਰਿਸ਼ਟ ਹੋਏ। ਡੂਬਤਾ ਇਵ ਜਗ ਆਂਟ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ, ਮਗਰ ਪਾਛੈ ਕੱਛ ਨਾ ਸੂਝੈ ਇਹ ਪਦਮ ਲੋ। ਐਸਾ ਹੋ ਰਿਹਾ ਹੈ। ਉਦੋਂ ਵੀ ਹੋ ਰਿਹਾ ਸੀ, ਅੱਜ ਵਿਆਪਕ ਰੂਪ 'ਚ ਹੋ ਰਿਹਾ ਹੈ। ਤੇ ਤਾਂ ਹੀ ਗੁਰਬਾਣੀ ਦੀ ਲੋੜ ਬੜੀ ਜ਼ਰੂਰੀ ਹੈ। ਗੁਰਬਾਣੀ ਦਾ ਅਧਿਐਨ ਸ਼ਾਸਤਰਾਂ ਦਾ ਬੜਾ ਜ਼ਰੂਰੀ ਹੈ। ਕੁਝ ਬਚ ਸਕੀਏ, ਕੁਝ ਬਚਾ ਸਕੀਏ ਆਪਣੇ ਜੀਵਨ 'ਚ। ਤੋ ਅੱਖਾਂ ਬੰਦ ਕਰਨੀਆਂ ਹੀ ਧਿਆਨ ਨਹੀਂ ਹੈ। ਅੱਖਾਂ ਧਿਆਨੀ ਤੇ ਅੱਖਾਂ ਖੋਲ੍ਹ ਲੈਂਦਾ ਹੈ, ਬਰੀਕੀ ਨਾਲ ਵੇਂਦਾ ਦੁਨੀਆ ਨੂੰ। ਕਬੀਰ ਬਾਣੀ ਸਾਡੀਆਂ ਅੱਖਾਂ ਖੋਲ੍ਹਦੀ ਹੈ। ਆਪਾਂ ਰੋਜ਼ ਤੇ ਬਚਨ ਪੜ੍ਹਦੇ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਕਹਾ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ ਬਕ, ਧਿਆਨ ਲਗਾਇਓ। ਜਿਹੜਾ ਸਿੱਖ ਹੈ ਨਾ, ਉਹਦੀ ਨਿਤਨੇਮ ਦੀ ਬਾਣੀ ਹੈ ਰੋਜ਼।
रोज़ पढ़ते ਆਪਾਂ। गुरु गोबिंद सिंह साहब ਦੇ ਬੋਲ ਨੇ, ਕਹਾ ਪਿਓ ਕੀ ਹੋਇਆ। ਅਸੀਂ ਕਿਸੇ ਦੀ ਮੁਦਰਾ ਤੋਂ ਪ੍ਰਭਾਵਿਤ ਹੁੰਦੇ ਹਾਂ। ਸਤਪੁਰਸ਼ ਮੁਦਰਾ ਤੋਂ ਪ੍ਰਭਾਵਿਤ ਨਹੀਂ ਹੁੰਦਾ। ਸਤਪੁਰਸ਼ ਕਿਸੇ ਦੇ ਵਸਤਰਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਸਤਪੁਰਸ਼ ਕਿਸੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਸਤਪੁਰਸ਼ ਕਿਸੇ ਦੇ ਧਨ ਤੋਂ ਪ੍ਰਭਾਵਿਤ ਨਹੀਂ ਹੁੰਦਾ। ਸਤਪੁਰਸ਼ ਕਿਸੇ ਦੇ ਰੂਪ ਤੋਂ ਪ੍ਰਭਾਵਿਤ ਨਹੀਂ ਹੁੰਦਾ। ਸਤਪੁਰਸ਼ ਕਿਸੇ ਦੀ ਕੋਠੀ ਮਹਲ ਤੋਂ ਵੀ ਪ੍ਰਭਾਵਿਤ ਨਹੀਂ ਹੁੰਦਾ। ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਕਹਾ ਪਿਓ। ਸਤਿਗੁਰੂ ਨੂੰ ਕਹੀਏ, ਸਤਿਗੁਰੂ ਕੋਈ ਅੱਖਾਂ ਬੰਦ ਕਰਕੇ ਬੈਠਦਾ, ਸਾਹਿਬ ਕਹਿੰਦੇ ਫਿਰ ਕੀ ਹੋਇਆ। ਕਹਾ ਪਿਓ ਜੋ ਦੋ ਲੋਚਨ ਮੂੰਦ ਕੈ। ਲੋਚਨ ਅੱਖਾਂ ਹਿੰਦੀ ਸੰਸਕ੍ਰਿਤ ਦਾ ਸ਼ਬਦ ਹੈ। ਬੈਠ ਰਹਿਓ ਬਕ ਧਿਆਨ ਲਗਾਇਓ। ਬਗਲੇ ਵਾਂਗੂ ਲਾਇਆ ਧਿਆਨ, ਇਹ ਗੁਰੂ ਦੇ ਬੋਲ ਨੇ। ਅੱਖਾਂ ਖੋਲਣੀਆਂ ਵੀ ਪੈਣੀਆਂ ਨੇ। ਹਾਂ, ਧਿਆਨੀ ਦਾ ਧਿਆਨ ਸਮੇਟਿਆ ਜਾਂਦਾ ਹੈ। ਉਹਦਾ ਧਿਆਨ ਇੱਕ ਤੇ ਰੁਕ ਜਾਂਦਾ ਹੈ। ਉਹਦੀ ਨਜ਼ਰ ਇੱਕ ਤੇ ਰੁਕ ਜਾਂਦੀ ਹੈ। ਸਮੇਟਿਆ ਗਿਆ। ਸੰਸਾਰੀ ਖਿਲਰਿਆ ਹੋਇਆ ਹੈ। ਤੋ ਸਾਹਿਬ ਕਹਿੰਦੇ ਨਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸਾਚ ਕਹੋ ਸੁਨ ਲਿਹੋ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿੱਥੇ ਪ੍ਰੇਮ ਆ ਗਿਆ ਕੋਈ ਪਰਵਾਹ ਨਹੀਂ ਹੈ। ਲੋਕਾਂ ਦੀ ਸ਼ੋਹਰਤ ਦੀ, ਲੋਕਾਂ ਦੀ ਵਾਹ ਵਾਹ ਦੀ ਪ੍ਰੇਮੀ ਨੂੰ ਪਰਵਾਹ ਨਹੀਂ ਹੁੰਦੀ। ਜਿੱਥੇ ਪ੍ਰੇਮ ਮਿਲ ਗਿਆ ਉਹਨੂੰ ਕੀ ਲੋੜ ਹੈ। ਲੋਕ ਇੱਜ਼ਤ ਦੇਣਗੇ, ਲੋਕ ਵੱਡਾ ਵੱਡਾ ਕਹਿਣਗੇ, ਐਸੀ ਇੱਜ਼ਤ ਦੀ ਪਰਵਾਹ ਨਹੀਂ ਹੁੰਦੀ ਪ੍ਰੇਮੀ ਨੂੰ। ਭਗਤਾਂ ਨੂੰ ਨਹੀਂ ਰਹੀ। ਲੋਕ ਕਹੇ ਕਬੀਰ ਬਰੋਨਾ, ਫਿਰ ਕੀ ਹੈ। ਲੋਕ ਕਹਿ ਰਹੇ ਨੇ ਕਬੀਰ ਪਾਗਲ ਹੈ, ਕਹੀ ਲੈਣ। ਕਬੀਰ ਕਾ ਮਰਮ ਰਾਮ ਪਹਿਚਾਨਾ। ਪ੍ਰੇਮੀ ਨੂੰ ਪਰਵਾਹ ਨਹੀਂ ਹੈ। ਜਿਹੜੇ ਸਟੇਟਸ ਵਿੱਚ ਆਪਾਂ ਜਿਉਂਦੇ ਹਾਂ, ਪ੍ਰੇਮੀ ਉਹਦੇ 'ਚ ਨਹੀਂ ਜਿਉਂਦਾ, ਵੱਖਰਾ ਹੈ। ਤੋ ਸਾਹਿਬ ਕਹਿੰਦੇ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਧਿਆਨ ਪ੍ਰੇਮੀ ਕੋਲ ਹੁੰਦਾ ਹੈ। ਪ੍ਰੇਮ ਧਿਆਨ ਹੈ। ਤੁਸੀਂ ਵੇਖੋ ਪ੍ਰੇਮ ਧਿਆਨ ਹੈ, ਮੈਂ ਕਈ ਵਾਰੀ ਵਿਆਖਿਆ ਕੀਤੀ ਹੈ। ਜਾਂ ਕਹੀਏ ਜਿੱਥੇ ਪ੍ਰੇਮ ਹੈ ਉੱਥੇ ਧਿਆਨ ਹੈ। ਤੁਹਾਡਾ ਧਿਆਨ ਕਿੱਥੇ ਹੈ, ਮੇਰਾ ਧਿਆਨ ਕਿੱਥੇ ਹੈ। ਉੱਥੇ ਹੈ ਜਿੱਥੇ ਪ੍ਰੇਮ ਹੈ। ਧੀ ਪੁੱਤਰ ਨਾਲ ਪ੍ਰੇਮ ਹੈ, ਧਿਆਨ ਹੈ ਸਦਾ। ਕਦੇ ਧਿਆਨ ਉਹਦੇ ਤੋਂ ਦੂਰ ਗਿਆ ਹੈ। ਜਿਹਦੇ ਨਾਲ ਵੀ ਪ੍ਰੇਮ ਹੈ, ਜਾਂ ਕਹੀਏ ਬਾਣੀ 'ਚ ਪ੍ਰੇਮ ਤੇ ਧਿਆਨ ਇਕੱਠੇ ਨੇ, ਦੋ ਨਹੀਂ ਹੈ, ਦੋ ਚੀਜ਼ਾਂ ਨਹੀਂ ਹੈ। ਪ੍ਰੇਮ ਤੇ ਧਿਆਨ ਇਕੱਠਾ ਵਾਪਰੇਗਾ, ਇੱਕੋ ਦਮ ਵਾਪਰੇਗਾ। ਦੋ ਚੀਜ਼ਾਂ ਨਹੀਂ ਹੋ ਸਕਦੀਆਂ। ਤੋ ਇਸ ਵਾਸਤੇ ਜਿੱਥੇ ਪ੍ਰੇਮ ਹੈ, ਮੇਰਾ ਤੁਹਾਡਾ ਧਿਆਨ ਕਿੱਥੇ ਹੈ। ਭਾਵੇਂ ਜੋ ਮਰਜ਼ੀ ਕਹੀ ਜਾਈਏ ਆਪਾਂ ਗੱਲਾਂ ਨਾਲ, ਜਿੱਥੇ ਪ੍ਰੇਮ ਹੈ ਉੱਥੇ ਧਿਆਨ ਹੈ। ਇਹ ਸਾਹਿਬ ਨੇ ਕਿਹਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਬਾਕੀ ਤੇ ਭਗਤ ਨਾਮਦੇਵ ਜੀ ਕਹਿੰਦੇ ਠੀਕ ਹੈ, ਕਰ ਲੋ ਭਾਈ। ਕਾਹੇ ਕੋ ਕੀਜੈ ਧਿਆਨ, ਕਿਉਂ ਕਰਦੇ ਹੋ ਭਾਈ। ਜਪੰਨਾ ਕਾਹੇ ਕੋ ਕੀਜੈ ਧਿਆਨ ਜਪੰਨਾ, ਕਿਉਂ ਮੁਦਰਾ ਬਣਾ ਰਹੇ ਹੋ। ਕਿਉਂ ਯੋਗ ਦੇ ਨਾਂ ਤੇ ਭਰਮ ਦੇ ਵਿੱਚ ਪੈ ਰਹੇ ਹੋ। ਅਸੀਂ ਯੋਗ ਕਰਦੇ ਹਾਂ ਜੀ, ਸਾਡਾ ਇਹ ਹੈ ਜੀ। ਝੂਠ ਵਿਆਪਕ ਰੂਪ 'ਚ ਹੁੰਦਾ। ਅਸਲੀਅਤ ਜਿੰਨਾ ਚਿਰ ਤੱਕ ਨਾ ਹੋਏ, ਜਬ ਤੇ ਸ਼ੁੱਧ ਨਹੀਂ ਮਨ, ਜਬ ਤੇ ਸ਼ੁੱਧ ਨਾ ਹੀ ਮਨ ਆਪਣਾ। ਭਗਤ ਜੀ ਕਹਿੰਦੇ ਜਿੰਨਾ ਚਿਰ ਤੱਕ ਮਨ ਸ਼ੁੱਧ, ਕਿਉਂ ਕਿਹਾ, ਕਿਉਂਕਿ ਸ਼ੁੱਧ ਮਨ ਦਾ ਚੁੱਪ ਕਰ ਜਾਣਾ ਧਿਆਨ ਹੈ। ਮਨ ਦਾ, ਜਿਹਨੂੰ ਸਾਹਿਬ ਕਹਿੰਦੇ ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵਤਾਰ। ਚੁੱਪ ਹੈ ਚੁੱਪ ਨਾ ਹੋਵੇ। ਆਪਾਂ ਜਪਜੀ ਸਾਹਿਬ ਦੇ ਪਹਿਲੀ ਪੌੜੀ 'ਚ ਇਹ ਪੜ੍ਹਦੇ ਹਾਂ। ਗੁਰਦੇਵ ਕਹਿੰਦੇ ਜ਼ੁਬਾਨ ਜਿੰਨੀ ਵੀ ਚੁੱਪ ਕਰ ਜਾਏ ਨਹੀਂ ਚੁੱਪ ਹੋ ਸਕਦਾ। ਮਨ ਬੋਲ ਰਿਹਾ ਹੈ। ਕਈਆਂ ਨੇ ਮੌਨ ਰੱਖਿਆ ਹੁੰਦਾ ਹੈ ਪਰ ਉਹ ਲਿਖ ਕੇ ਦਿੰਦੇ ਨੇ। ਮਨ ਬੋਲ ਰਿਹਾ ਹੈ। ਤੋ ਜਿੰਨਾ ਚਿਰ ਤੱਕ ਮਨ ਚੁੱਪ ਨਹੀਂ ਹੈ, ਧਿਆਨ ਮਨ ਦਾ ਚੁੱਪ ਕਰ ਜਾਣਾ ਹੈ।
ਧਿਆਨ ਮਨ ਦਾ ਠਹਿਰ ਜਾਣਾ ਹੈ, ਤਨ ਤੇ ਭੱਜਾ ਨੱਠਾ ਰਹੇ ਚੰਗੀ ਗੱਲ ਹੈ। ਜਿੰਨਾ ਥਕਾਵਾਂਗੇ ਸਰੀਰ ਨੂੰ ਓਨਾ ਚੰਗਾ ਹੈ। ਥੱਕਿਆ ਜ਼ਰੂਰ ਕਰੋ। ਜਿਹੜੇ ਕਹਿੰਦੇ ਨੇ ਨੀਂਦ ਨਹੀਂ ਆਉਂਦੀ, ਟੈਨਸ਼ਨ ਹੈ, ਥੱਕਿਆ ਕਰੋ, ਕਿਸੇ ਆਹਰ 'ਚ ਲਾ ਕੇ ਰੱਖਿਆ ਕਰੋ। ਮੈਂ ਵੀ, ਤੁਸੀਂ ਸਭ, ਜਿਹੜਾ ਸਾਡਾ ਪ੍ਰੋਫੈਸ਼ਨਲ ਹੈ, ਜਿਵੇਂ ਸਾਡਾ ਹੈ, ਪੜ੍ਹਾਈਏ, ਦਾਸ ਪੜ੍ਹਾਉਣ ਜਾਂਦਾ ਹੈ ਬੱਚਿਆਂ ਨੂੰ ਗੁਰਮਤਿ ਕਾਲਜ ਵਿੱਚ, ਹੋਰ ਥਕਾਈਏ ਤਨ ਨੂੰ ਚੰਗਾ ਹੈ। ਜਿੰਨੇ ਥਕਾਂਗੇ ਮਨ ਓਨਾ ਠੀਕ ਰਹੇਗਾ। ਤਨ ਨੂੰ ਥਕਾਉਣਾ, ਸੀ ਤਨ ਨੂੰ ਥਕਾਉਂਦੇ ਨਹੀਂ, ਮਨ ਨੂੰ ਪੁਜਾ ਰਹੇ ਹਾਂ, ਸੋਚ ਰਹੇ ਹਾਂ ਬੈਠੇ ਬੈਠੇ, ਸੋਚਾਂ 'ਚ ਹੀ ਰਾਜੇ ਬਣ ਗਏ, ਸੋਚਾਂ 'ਚ ਹੀ ਬਾਦਸ਼ਾਹ ਬਣ ਗਏ। ਤੋ ਤਨ ਭੱਜੇ ਨੱਠੇ ਮਾੜੀ ਗੱਲ ਨਹੀਂ ਹੈ। ਥੱਕੇ, ਵਰਜਿਸ਼ ਕਰੋ, ਜੋ ਕਰੋ, ਮਨ ਦਾ ਠਹਿਰਨਾ ਜ਼ਰੂਰੀ ਹੈ। ਧਿਆਨ ਮਨ ਦਾ ਚੁੱਪ ਕਰਨਾ ਹੈ। ਤੋ ਭਗਤ ਨਾਮਦੇਵ ਜੀ ਕਹਿੰਦੇ ਜੇ ਉਹ ਨਹੀਂ ਹੋਇਆ ਵਿਅਰਥ ਹੈ ਸਭ ਕੁਝ। ਜਬ ਤੇ ਸ਼ੁੱਧ ਨਾ ਹੀ ਮਨ ਆਪਣਾ, ਤੇ ਮਨ ਚੁੱਪ ਉਦੋਂ ਕਰਦਾ ਜਦੋਂ ਸ਼ੁੱਧ ਹੁੰਦਾ ਹੈ। ਸ਼ੁੱਧ ਹੁੰਦਾ ਹੈ ਗਿਆਨ ਨਾਲ। ਆ ਜਿਹੜਾ ਆਪਾਂ ਉਪਰਾਲਾ ਕਰ ਰਹੇ, ਮਨ ਨੂੰ ਸ਼ੁੱਧ ਕਰਨ ਦਾ ਕਰ ਰਹੇ ਹਾਂ। ਆਏ ਆਪਾਂ ਗੁਰੂ ਕੋਲ ਮਨ ਨਿਰਮਲ ਕਰਨ ਵਾਸਤੇ ਆਏ ਹਾਂ। ਮਨ ਨਿਰਮਲ ਕਰਨ ਕਿਉਂ ਕਰਨਾ? ਟਿਕ ਜਾਏ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਸੋਨਾ ਮੈਲਾ ਹੋ ਜਾਂਦਾ ਹੈ, ਸੁਨਾਰ ਕੁਠਾਲੀ 'ਚ ਪਾਉਂਦਾ ਹੈ, ਉਸ ਨੂੰ ਜਦੋਂ ਗਰਮ ਕਰਦਾ ਹੈ, ਉਹ ਦੌੜਦਾ ਹੈ ਕੜਾਈ ਦੇ ਵਿੱਚ। ਜਦੋਂ ਸ਼ੁੱਧ ਹੋ ਜਾਂਦਾ ਹੈ, ਠਹਿਰ ਜਾਂਦਾ ਹੈ, ਬਿਲਕੁਲ ਠਹਿਰਾ 'ਚ ਆ ਜਾਂਦਾ ਹੈ। ਇਸੇ ਤਰ੍ਹਾਂ ਮਨ ਭਟਕਦਾ ਹੈ। ਆਪਾਂ ਜਿੰਨਾ ਯਤਨ ਕਰਨਾ ਹੈ ਇਹਨੂੰ ਸ਼ੁੱਧ ਕਰਨ ਦਾ ਕਰਨਾ ਹੈ। ਸ਼ੁੱਧ ਹੋ ਗਿਆ, ਚੁੱਪ ਕਰ ਜਾਏਗਾ, ਅਡੋਲ ਹੋ ਜਾਏਗਾ। ਉਹ ਧਿਆਨ ਦੀ ਇੱਕ ਅਵਸਥਾ ਹੈ ਜਿਹਨੂੰ ਫਿਰ ਆਪਾਂ ਮਹਿਸੂਸ ਕਰ ਸਕਦੇ ਹਾਂ। ਅੱਗੇ ਭਗਤ ਜੀ ਕਹਿ ਰਹੇ ਨੇ, ਸਿੰਘ 'ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੈ। ਬੜੇ ਕੀਮਤੀ ਬੋਲ। ਸਿੰਘ 'ਚ ਭੋਜਨ, ਸਿੰਘ ਕਹਿੰਦੇ ਨੇ ਸ਼ੇਰ ਨੂੰ। ਸ਼ੇਰ ਜਾਨਵਰ ਮਾਰ ਕੇ ਖਾਂਦਾ ਹੈ, ਕੁਦਰਤੀ ਹੈ, ਉਹਦੇ ਤੇ ਬਲੇਮ ਨਹੀਂ ਆਪਾਂ ਕਰ ਸਕਦੇ। ਉਦਾਹਰਨ ਦਿੱਤੀ ਹੈ ਭਗਤ ਨਾਮਦੇਵ ਜੀ ਨੇ। ਭਗਤ ਜੀ ਕਹਿੰਦੇ ਸਿੰਘ 'ਚ ਭੋਜਨ ਜੋ ਨਰ ਜਾਣੈ, ਭਾਵ ਜਿਹੜਾ ਭੋਜਨ, ਜਿਹੜਾ ਆਹਾਰ, ਜਿਹਦੀ ਕਿਰਤ ਦੂਜੇ ਤੇ ਅਤਿਆਚਾਰ ਵਾਲੀ ਹੈ, ਦੂਜੇ ਦਾ ਹੱਕ ਖਾਣ ਵਾਲੀ ਹੈ, ਜਿਹੜਾ ਦੂਜਿਆਂ ਦਾ ਖੂਨ ਪੀ ਰਿਹਾ ਹੈ। ਬਾਣੀ ਮੁਤਾਬਕ ਦੂਜਿਆਂ ਦਾ ਖੂਨ ਪੀਣਾ ਦੂਜੇ ਦਾ ਹੱਕ ਖਾਣਾ ਹੈ, ਯਾਦ ਰੱਖਿਓ। ਗੁਰੂ ਨਾਨਕ ਸਾਹਿਬ ਗਏ ਸੀ ਮਲਕ ਭਾਗੋ ਦੇ ਘਰ। ਦੋ ਪਾਤਰ ਨੇ, ਭਾਈ ਲਾਲੋ, ਮਲਕ ਭਾਗੋ। ਮਲਕ ਭਾਗੋ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਇਆ, ਭਾਈ ਲਾਲੋ ਦਾ ਆਇਆ ਹੈ। ਭਾਈ ਲਾਲੋ ਦਾ ਤੁਹਾਨੂੰ ਪਤਾ 7 ਵਾਰ ਨਾਮ ਆਇਆ ਗੁਰੂ ਗ੍ਰੰਥ ਸਾਹਿਬ। ਮਲਕ ਭਾਗੋ ਦੇ ਘਰ ਖੀਰ ਪੂੜੇ ਗੁਰੂ ਨਾਨਕ ਨੇ ਨਹੀਂ ਸੀ ਖਾਧੇ। ਸਾਖੀ ਦੱਸਦੀ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਇਹਦੇ ਚੋਂ ਖੂਨ ਨਿਚੜਦਾ ਪਿਆ ਹੈ। ਭਾਈ ਲਾਲੋ ਦਾ ਭੋਜਨ ਪਵਿੱਤਰ ਹੈ, ਤੇਰੀਆਂ ਪੂੜੀਆਂ 'ਚ ਘਿਓ ਨਹੀਂ ਹੈ, ਕੇਵਲ ਇਹ ਖੂਨ ਨੁਚੜ ਰਿਹਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਖਾਣ ਯੋਗ ਨਹੀਂ ਹੈ। ਜਿਹੜਾ ਇਸ ਤਰ੍ਹਾਂ ਦਾ ਭੋਜਨ ਕਰਦਾ, ਸਾਹਿਬ ਕਹਿੰਦੇ ਕੀ ਕਰੇਗਾ? ਫਿਰ ਧਿਆਨ ਲੱਗ ਜਾਏਗਾ, ਉਹਦਾ ਧਰਮ 'ਚ ਕਬੂਲ ਹੋ ਜਾਏਗਾ। ਭ੍ਰਿਸ਼ਟਾਚਾਰ ਕਰਕੇ ਅਸੀਂ ਧਰਮੀ ਬਣ ਜਾਵਾਂਗੇ। ਕਰਮ ਦੀ ਸ਼ੁੱਧਤਾ ਨਹੀਂ ਆਈ, ਧਰਮ ਕਿੱਥੋਂ ਆਏਗਾ? ਧਰਮ ਦਾ ਅਰਥ ਹੀ ਪਹਿਲੋਂ ਹੋਇਆ ਕਰਮ ਨੂੰ ਸ਼ੁੱਧ ਕਰ ਲੈਣਾ। ਧਰਮ ਦਾ ਅਰਥ ਹੀ ਇਹ ਹੈ ਕਰਮ ਨੂੰ ਮਰਿਆਦਾ ਵਿੱਚ ਰੱਖ ਲੈਣਾ, ਨਿਯਮ 'ਚ ਰੱਖ ਲੈਣਾ। ਧਰਮ ਦਾ ਅਰਥ ਹੈ ਕਰਮ ਨੂੰ ਤਰਤੀਬ ਦੇ ਵਿੱਚ, ਬੈਲੈਂਸ ਵਿੱਚ ਲੈ ਆਉਣਾ। ਤੋ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਦੇ ਪੂੜੇ ਨਹੀਂ ਸੀ ਖਾਧੇ। ਕਿਉਂ? ਸਿੰਘ 'ਚ ਭੋਜਨ ਜੋ ਨਰ ਜਾਣੈ। ਜਿਹੜਾ ਸ਼ੇਰ ਵਰਗਾ ਧੱਕਾ ਜ਼ੋਰੀ ਕਰਨ ਵਾਲਾ, ਜਿਹੜਾ ਮਨੁੱਖ, ਜਿਹੜਾ ਧੱਕੇ ਜ਼ੋਰੀ ਦੇ ਨਾਲ ਖੋਂਦਾ ਹੈ, ਖਾਂਦਾ ਹੈ, ਸਾਹਿਬ ਆਖਦੇ ਨੇ ਐਸੇ ਹੀ ਠੱਗ ਦਿਓ ਬਖਾਨੈ। ਉਹ ਧਰਮੀ ਨਹੀਂ ਆਖਿਆ ਜਾ ਸਕਦਾ, ਉਹ ਠੱਗ ਆਖਿਆ ਜਾ ਸਕਦਾ। ਠੱਗ ਦਿਓ, ਠੱਗਾਂ 'ਚੋਂ ਵੱਡਾ ਠੱਗ ਬਖਾਨੈ ਆਖਿਆ ਜਾਂਦਾ ਹੈ।
ਤੋ ਅਖੀਰ ਤੇ ਭਗਤ ਜੀ ਕਹਿੰਦੇ ਨਾਮੇ ਕੇ ਸੁਆਮੀ ਲਾਹੇ ਰੇ ਝਗੜਾ। ਨਾਮਦੇਵ ਜੀ ਕਹਿ ਰਹੇ ਨੇ ਝਗੜਾ ਪਰਮਾਤਮਾ ਨਾਲ ਨਾ ਪਾਓ, ਝਗੜਾ ਧਰਮ ਦਾ ਨਾ ਪਾਓ, ਧਰਮੀ ਹੋ ਜਾਓ। ਅਸੀਂ ਧਰਮ ਦਾ ਝਗੜਾ ਪਾਉਂਦੇ ਹਾਂ, ਧਰਮੀ ਹੁੰਦੇ ਨੇ। ਉਹ ਪਾਲੋ ਜਿੰਨਾ ਮਰਜ਼ੀ, ਝੰਡੇ ਲੈ ਲਓ ਆਪਣੇ ਆਪਣੇ, ਉਹ ਕਹੇ ਮੇਰਾ ਉੱਚਾ ਹੈ, ਉਹ ਕਹੇ ਮੇਰਾ ਉੱਚਾ ਹੈ। ਐਸਾ ਕੀਤਾ ਜਾ ਸਕਦਾ ਹੈ, ਐਸਾ ਹੋ ਰਿਹਾ। ਨਾਮਦੇਵ ਜੀ ਕਹਿੰਦੇ ਨੇ ਨਾਮੇ ਕੇ ਸੁਆਮੀ ਲਾਹੇ ਰੇ ਲੈ ਝਗੜਾ। ਭਗਤ ਜੀ ਕਹਿੰਦੇ ਸੁਆਮੀ ਦੇ ਨਾਲ ਝਗੜਾ ਮੁਕਾ, ਵਧਾ ਨਾ ਤੂੰ। ਪਰਮਾਤਮਾ ਨਾਲ ਸ਼ੁਕਰਾਨਾ ਕਰ, ਗਿਲਾ ਨਾ ਕਰ, ਸ਼ਿਕਵਾ ਨਾ ਕਰ, ਸ਼ੁਕਰਾਨਾ ਕਰ। ਝਗੜਾ ਕਿਉਂ ਪਾਉਣਾ ਉਹਦੇ ਨਾਲ? ਪਰਮਾਤਮਾ ਥੋੜਾ ਕੁਝ ਰੋਕਦਾ ਨਹੀਂ ਹੈ। ਕੋਈ ਚੋਰੀ ਕਰੋ, ਰੱਬ ਨੇ ਹੱਥ ਨਹੀਂ ਫੜਨੇ ਸਾਡੇ। ਝੂਠ ਬੋਲੋ, ਪਰਮਾਤਮਾ ਜ਼ੁਬਾਨ ਨਹੀਂ ਬੰਦ ਕਰਦਾ। ਹਾਂ, ਪਰਮਾਤਮਾ ਕਹਿੰਦਾ ਹੈ ਜੋ ਮਰਜ਼ੀ ਕਰ, ਪਰ ਯਾਦ ਰੱਖੀ ਇਹਦਾ ਨਤੀਜਾ ਭੁਗਤਣ ਵਾਸਤੇ ਤੂੰ ਤਿਆਰ ਰਹੀਂ। ਮਰਜ਼ੀ ਹੈ ਤੇਰੀ, ਜੋ ਮਰਜ਼ੀ ਕਰ। ਪਰਮਾਤਮਾ ਕਿਸੇ ਦਾ ਹੱਥ ਨਹੀਂ ਪਕੜੇਗਾ, ਕਦਮ ਨਹੀਂ ਰੋਕਦਾ। ਮਰਜ਼ੀ ਹੈ, ਪਰਮਾਤਮਾ ਕਹਿੰਦਾ ਜੋ ਮਰਜ਼ੀ ਕਰੋ, ਤੁਹਾਡੀ ਚੁਆਇਸ ਹੈ। ਰੱਬ ਦੀ ਦਿੱਤੀ ਸ਼ਕਤੀ ਨੂੰ ਜਿੱਧਰ ਮਰਜ਼ੀ ਵਰਤੀਏ, ਪਰ ਉਹਦਾ ਅੰਜਾਮ ਸਾਨੂੰ ਹੀ ਭੋਗਣਾ ਪੈਣਾ ਹੈ। ਫਿਰ ਕਿਸੇ ਨੂੰ ਦੋਸ਼ ਨਾ ਦਈਏ। ਜਦੋਂ ਉਹਦਾ ਨਤੀਜਾ ਦੱਦਾ ਦੋਸ਼ ਨਾ ਦਿਉ ਕਿਸੇ। ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜੈ ਅਵਰ ਜਨ। ਤੋ ਕਿਸੇ ਨੂੰ ਦੋਸ਼ ਨਾ ਦਈ, ਹੋਰ ਕਿਸੇ ਨੂੰ ਦੋਸ਼ੀ ਨਾ ਠਹਿਰਾਈ। ਭਗਤ ਜੀ ਕਹਿੰਦੇ ਉਸ ਰੱਬ ਨਾਲ ਝਗੜਾ ਨਾ ਪਾਓ ਭਾਈ। ਰੱਬ ਦੇ ਨਾਮ ਤੇ ਵੀ ਝਗੜਾ ਨਾ ਪਾਓ। ਨਾ ਰੱਬ ਦਾ ਝਗੜਾ ਹੋਏ, ਨਾ ਰੱਬ ਦੇ ਨਾਮ ਦਾ ਝਗੜਾ ਹੋਏ। ਨਾਮ ਕੋਈ ਵੀ ਕਹਿ ਦਈਏ, ਕੋਈ ਨਾਮ ਬਦਲਣ ਦੇ ਨਾਲ ਕੋਈ ਪ੍ਰੋਪਰਟੀ, ਹਸਤੀ ਨਹੀਂ ਬਦਲ ਜਾਂਦੀ। ਸੂਰਜ ਨੂੰ ਕੋਈ ਭਾਨੂ ਕਹੇ, ਕੋਈ ਮਾਰਤੰਡ ਕਹੇ, ਕੋਈ ਸੰਨ ਕਹੇ, ਕੋਈ ਸੂਰਜ ਕਹੇ, ਕੋਈ ਰਵੀ ਕਹੇ, ਕੋਈ ਵੀ ਕਹੇ, ਉਹ ਥੋੜਾ ਬਦਲ ਜਾਏਗਾ। ਪਾਣੀ ਨੂੰ ਕਿਸੇ ਨਾਮ ਨਾਲ ਕੋਈ ਬੁਲਾ ਲਏ, ਉਹਦੀ ਹਸਤੀ ਥੋੜਾ ਬਦਲ ਜਾਣੀ। ਮਾਲਕ ਦੀ ਵੀ ਹਸਤੀ ਬਦਲਣ ਵਾਲੀ ਨਹੀਂ ਹੈ। ਉਹ ਸੱਚ ਹੈ, ਸੱਚ ਰਹੇਗਾ, ਸੱਚ ਸਰੂਪ ਹੈ। ਤੋ ਰਾਮ ਰਸਾਇਣ ਪੀਓ ਰੇ ਦਗਰਾ। ਦਗਰਾ ਦਾ ਅਰਥ ਹੈ ਮਰਾਠੀ ਬੋਲੀ ਪੱਥਰ, ਸਖਤ। ਐ ਕਠੋਰ ਪੱਥਰ ਵਰਗੇ ਮਨੁੱਖ, ਰਾਮ ਰਸਾਇਣ, ਰਾਮ ਦਾ ਰਸ ਲੈ ਤੂੰ। ਰਸ ਨਹੀਂ ਲੈ ਰਿਹਾ ਤੂੰ। ਜੇ ਉਹਦੇ 'ਚ ਦਇਆ ਹੈ, ਤੂੰ ਵੀ ਦਇਆ ਦਾ ਰਸ ਲੈ। ਜੇ ਉਹਦੇ 'ਚ ਨਿਰਵੈਰਤਾ ਹੈ, ਤੂੰ ਵੀ ਨਿਰਵੈਰਤਾ ਦਾ ਰਸ ਲੈ। ਜੇ ਉਹਦੇ 'ਚ ਪ੍ਰੇਮ ਹੈ, ਤੇਰੇ 'ਚ ਵੀ ਪ੍ਰੇਮ ਦਾ ਰਸ ਹੋਏ। ਰਸ ਲੈ ਨਾ ਉਹਦਾ। ਦਗਰਾ ਰੇ ਦਗਰਾ, ਐ ਪੱਥਰ ਵਰਗੇ, ਐ ਮੂੜ, ਐ ਅਚੇਤ ਮਨੁੱਖ। ਚੋਟ ਪਹੁੰਚਾਉਂਦਾ ਹੈ ਪੱਥਰ, ਚੋਟ ਹੀ ਪਹੁੰਚਾਈ ਹੈ ਬਸ ਕਿਸੇ ਵੀ ਰੂਪ ਦੇ ਅੰਦਰ। ਪੱਥਰ ਕੀ ਕਰੇਗਾ? ਪੱਥਰ ਬਦਲ ਤੇ ਸਕਦਾ ਨਹੀਂ। ਪੱਥਰ ਪੱਥਰ ਵਿੱਚ ਵੀ ਸਮਾ ਨਹੀਂ ਸਕਦਾ। ਪੱਥਰ ਦੇ ਵਿੱਚ ਕੁਝ ਨਹੀਂ ਸਮਾਉਂਦਾ, ਭਰਿਆ ਸਖਤ ਹੈ। ਤੋ ਰਾਮ ਰਸਾਇਣ ਪੀਓ ਰੇ ਦਗਰਾ, ਐ ਪੱਥਰ ਵਰਗੇ ਅਚੇਤ ਮਨੁੱਖ। ਝਗੜਾ ਛੱਡ ਕੇ ਤੂੰ ਉਸ ਮਾਲਕ ਦੇ ਰਸ ਭਰੇ ਨਾਮ, ਉਹਦੀ ਹੋਂਦ ਨੂੰ ਪੀ, ਧਾਰਨ ਕਰ ਜੀਵਨ 'ਚ। ਅੱਗੇ ਭਗਤ ਜੀ ਕਹਿੰਦੇ ਨੇ ਪਾਰ ਬ੍ਰਹਮ ਜੇ ਚੀਨ ਸੀ, ਆਸਾ ਤੇ ਨਾ ਭਾਵ ਸੀ। ਚੀਨਣ ਦਾ ਅਰਥ ਹੈ ਪਛਾਨਣਾ, ਦੇਖਣਾ। ਪਾਰ ਬ੍ਰਹਮ ਜੇ ਚੀਨ ਸੀ, ਜਿਹੜੇ ਪਾਰ ਬ੍ਰਹਮ ਨੂੰ ਚੀਨਦੇ ਨੇ, ਪਛਾਣਦੇ ਨੇ, ਉਸ ਮਾਲਕ ਨੂੰ, ਜਿਹਨੂੰ ਜੀਵਨ ਦੇ ਵਿੱਚ ਇਹ ਬੋਧ ਆ ਜਾਂਦਾ ਹੈ। ਤੇ ਨਾ ਭਾਵ, ਆਸਾ ਤੇ ਨਾ ਭਾਵ ਸੀ। ਉਹਨਾਂ ਨੂੰ ਵਿਅਰਥ ਆਸਾਵਾਂ ਨਹੀਂ ਪਾਉਂਦੀਆਂ। ਉਹ ਵਰਤਮਾਨ 'ਚ ਜਿਉਂਦੇ ਨੇ, ਉਹ ਹੁਣ 'ਚ ਜਿਉਂਦੇ ਨੇ।